हाँ जी, साडा 21वां सवाल है। डॉक्टर बलवीर ਸਿੰਘ ਸੰਧੂ ਅਨੁਸਾਰ ਸ਼ਬਦ ਜੋੜਾਂ ਨੂੰ ਸਹੀ ਕਰਨ ਲਈ ਗੁਰਮੁਖੀ ਲਿਪੀ ਵਿੱਚ ਕਿਹੜੀਆਂ ਤਬਦੀਲੀਆਂ ਕੀਤੀਆਂ ਜਾਣ। ਨੀਚੇ ਆਪਸ਼ਨ ਦਿੱਤੇ ਗਏ ਨੇ ਜੀ, ਅਤੇ ਨਾਲ ਦੀ ਨਾਲ ਵਿਕਲਪ ਵੀ ਦਿੱਤੇ ਗਏ ਨੇ। ਇਹਨਾਂ ਵਿਕਲਪਾਂ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਅਨੁਸਾਰ A, B, C ਸਹੀ ਉੱਤਰ ਹਨ, ਜਿਨ੍ਹਾਂ ਵਿੱਚੋਂ A ਲ ਅਤੇ ਲੱਲਾ ਧੁਨੀ ਦੀ ਵਰਤੋਂ, B ਉੱਚੀ ਅਤੇ ਨੀਵੀਂ ਸੁਰ ਲਈ ਲਿਪੀ ਚਿੰਨ੍ਹ, C ਅੰਗਾਂ ਅਤੇ ਯਈਆਂ ਦੋਵਾਂ ਲਿਪੀ ਚਿੰਨ੍ਹਾਂ ਦਾ ਖਾਤਮਾ। ਡਾਕਟਰ ਬਲਵੀਰ ਸਿੰਘ ਸੰਧੂ ਅਨੁਸਾਰ ਸ਼ਬਦ ਜੋੜਾਂ ਨੂੰ ਸਹੀ ਕਰਨ ਲਈ ਗੁਰਮੁਖੀ ਲਿਪੀ ਵਿੱਚ ਇਹ ਤਬਦੀਲੀਆਂ ਕੀਤੀਆਂ ਜਾਣ। ਇਹ ਤਬਦੀਲੀਆਂ ਡਾਕਟਰ ਬਲਵੀਰ ਸਿੰਘ ਸੰਧੂ ਅਨੁਸਾਰ ਨੇ। ਅਤੇ ਸਾਡਾ ਅਗਲਾ ਸਵਾਲ, ਕਿਹੜੇ ਸੰਕਲਪ ਸੌਸਿਊਰ ਦੇ ਨਹੀਂ ਹਨ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ ਸੰਕਲਪਾਂ ਦੀਆਂ। ਲੌਂਗ ਅਤੇ ਪੈਰੋਲ, ਸਮਰੱਥਾ ਅਤੇ ਨਿਭਾਓ, ਅੰਦਰ ਕੇਂਦਰਿਤ ਬਾਹਰ ਕੇਂਦਰਿਤ, ਨਿਕਟ ਅੰਗ ਵਿਸ਼ਲੇਸ਼ਣ, ਇਕਾਲਕ ਦੁਕਾਲਕ। ਨੀਚੇ ਵਿਕਲਪ ਦਿੱਤੇ ਗਏ ਨੇ। ਇਹਨਾਂ ਵਿੱਚੋਂ ਆਪਸ਼ਨ ਨੰਬਰ 3 ਬਿਲਕੁਲ ਸਹੀ ਹੈ। ਇੱਥੇ ਪੁੱਛਿਆ ਗਿਆ ਹੈ ਕਿਹੜੇ ਸੰਕਲਪ ਸੌਸਿਊਰ ਦੇ ਨਹੀਂ ਹਨ। ਹੁਣ ਇਹਨਾਂ ਵਿੱਚੋਂ ਆਪਸ਼ਨ 3 ਬਿਲਕੁਲ ਸਹੀ ਹੈ, ਜਿਸ ਅਨੁਸਾਰ ਸਮਰੱਥਾ ਅਤੇ ਨਿਭਾਓ, ਅੰਤਰ ਕੇਂਦਰਿਤ ਅਤੇ ਬਾਹਰ ਕੇਂਦਰਿਤ, ਨਿਕਟ ਅੰਗ ਵਿਸ਼ਲੇਸ਼ਣ ਸੰਕਲਪ ਸੌਸਿਊਰ ਦੇ ਨਹੀਂ ਹਨ। ਸਾਡਾ ਅਗਲਾ ਸਵਾਲ, ਹੇਠ ਲਿਖਿਆਂ ਵਿੱਚੋਂ ਕਿਹੜਾ ਸੱਭਿਆਚਾਰਕ ਇਨਕਲਾਬ ਦਾ ਮੁੱਖ ਅੰਗ ਨਹੀਂ ਹੈ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਵਿੱਚੋਂ ਆਪਸ਼ਨ ਨੰਬਰ 3 ਬਿਲਕੁਲ ਸਹੀ ਹੈ, ਜਿਸ ਅਨੁਸਾਰ ਸੱਭਿਆਚਾਰਕ ਪਰਿਵਰਤਨ ਦੇ ਅੰਤਰ ਸੰਬੰਧਿਤ ਅਮਲ ਦਾ ਇੱਕ ਵਰਤਾਰਾ ਸੱਭਿਆਚਾਰਕ ਇਨਕਲਾਬ ਦਾ ਮੁੱਖ ਅੰਗ ਨਹੀਂ ਹੈ। ਆਪਸ਼ਨ ਨੰਬਰ 3 ਇਸ ਦਾ ਸਹੀ ਆਨਸਰ ਹੋਵੇਗਾ। ਅਤੇ ਸਾਡਾ ਇਸ ਤੋਂ ਅਗਲਾ ਸਵਾਲ, ਬਿਰਤਾਂਤਕ ਸ਼ੈਲੀ ਵਿੱਚ ਰਚੇ ਗਏ ਮੱਧਕਾਲੀ ਵਾਰਤਕ ਰੂਪ ਹਨ। 4 ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਸਾਖੀ, ਮਸਲੇ, ਕਥਾ ਬਿਰਤਾਂਤਕ ਸ਼ੈਲੀ ਵਿੱਚ ਰਚੇ ਗਏ ਮੱਧਕਾਲੀ ਵਾਰਤਕ ਰੂਪ ਹਨ। ਅਤੇ ਸਾਡਾ ਅਗਲਾ ਸਵਾਲ, ਹਰਭਜਨ ਸਿੰਘ ਦੇ ਕਾਵਿਕ ਵਿਕਾਸ ਦੇ ਮੁੱਖ ਬਿੰਦੂ ਹਨ। ਦੋਸਤੋ, ਇੱਥੇ ਵੀ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਇਸ ਸਵਾਲ ਦੀਆਂ ਆਪਸ਼ਨਾਂ ਵਿੱਚ ਵੀ NTA ਵੱਲੋਂ ਗੜਬੜੀ ਸੀ, ਜਿਸ ਨੂੰ ਕਿ ਸੋਧ ਕਰਕੇ 2 ਆਪਸ਼ਨਾਂ ਨੂੰ ਮਾਨਤਾ ਦੇ ਦਿੱਤੀ ਗਈ ਸੀ ਕਿ ਜਿਨ੍ਹਾਂ ਨੇ 2 ਆਪਸ਼ਨਾਂ ਨੂੰ ਟਿਕ ਲਾਇਆ ਹੈ ਉਹਨਾਂ ਨੂੰ ਨੰਬਰ ਦਿੱਤੇ ਜਾਣਗੇ। ਜਿਸ ਅਨੁਸਾਰ ਮੈਂ ਤੁਹਾਨੂੰ ਉਹਨਾਂ 2 ਆਪਸ਼ਨਾਂ ਬਾਰੇ ਜ਼ਿਕਰ ਕਰਾਂਗਾ। ਜਿਸ ਅਨੁਸਾਰ ਹਰਭਜਨ ਸਿੰਘ ਦੇ ਕਾਵਿਕ ਵਿਕਾਸ ਦੇ ਮੁੱਖ ਬਿੰਦੂ ਪ੍ਰਗਤੀ, ਪ੍ਰਯੋਗ, ਰੋਮਾਂਸ ਆਪਸ਼ਨ ਨੰਬਰ 2, ਅਪ੍ਰਮਾਣਿਕ, ਜਾਗਤ ਜੋਤ, ਉਮੀ ਆਪਸ਼ਨ ਨੰਬਰ 3 ਬਿਲਕੁਲ ਸਹੀ ਉੱਤਰ ਹਨ। ਅਤੇ ਸਾਡਾ ਅਗਲਾ ਸਵਾਲ, ਕਾਵਿ ਰੂਪ ਸ਼੍ਰੀਹਰਫੀ ਦਾ ਨਿਖੜਵਾ ਲੱਛਣ ਹੈ। ਆਪਸ਼ਨ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਅਰਥ, ਕਰਮ ਅਤੇ ਛੰਦ ਬੱਧਤਾ ਕਾਵਿ ਰੂਪ ਸ਼੍ਰੀਹਰਫੀ ਦਾ ਨਿਖੜਵਾਂ ਲੱਛਣ ਹੈ। ਅਤੇ ਸਾਡਾ ਅਗਲਾ ਸਵਾਲ, ਅਜਮੇਰ ਸਿੰਘ ਔਲਖ ਦੇ ਨਾਟਕਾਂ ਦੀ ਲੜੀ ਹੈ। ਨੀਚੇ ਆਪਸ਼ਨਾਂ ਦੇ ਵਿੱਚ ਨਾਟਕਾਂ ਦੇ ਨਾਮ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸਾਨੂੰ ਪਛਾਣ ਕਰਨੀ ਹੈ ਅਜਮੇਰ ਸਿੰਘ ਔਲਖ ਦੇ ਨਾਟਕਾਂ ਦੀ। ਅਤੇ ਨੀਚੇ ਵਿਕਲਪ ਵੀ ਦਿੱਤੇ ਗਏ ਨੇ। ਇਹਨਾਂ ਵਿਕਲਪਾਂ ਦੇ ਵਿੱਚੋਂ ਆਪਸ਼ਨ ਨੰਬਰ 4 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਅਜਮੇਰ ਸਿੰਘ ਔਲਖ ਦੇ ਨਾਟਕ ਇੱਕ ਸੀ ਦਰਿਆ, ਗਾਨੀ, 7 ਬਗਾਨੇ ਬਿਲਕੁਲ ਸਹੀ ਉੱਤਰ ਹੈ। ਸਾਡਾ ਅਗਲਾ ਸਵਾਲ ਕਥਨ ਅਤੇ ਕਾਰਨ ਵਾਲਾ ਹੈ। ਪਹਿਲਾਂ ਅਸੀਂ ਕਥਨ ਪੜ੍ਹਦੇ ਹਾਂ। ਪੰਜਾਬ ਭਾਰਤ ਦਾ ਬਹੁ ਨਸਲੀ, ਬਹੁ ਧਰਮੀ, ਬਹੁ ਜਾਤੀ
ਬਹੁਵਰਗੀ ਖਿੱਤਾ ਹੈ। ਇਹ ਅਤੇ ਇਹਨਾਂ ਵਰਗੇ ਹੋਰ ਵਖਰੇਵੇਂ ਪੰਜਾਬ ਦੀ ਧਰਤੀ ਨੂੰ ਵੱਖਰੇ ਵੱਖਰੇ ਸੱਭਿਆਚਾਰਕ ਜਨ ਸਮੂਹਾਂ ਵਾਲਾ ਪ੍ਰਦੇਸ਼ ਬਣਾਉਂਦੇ ਹਨ। ਇਸ ਦਾ ਕਾਰਨ ਕਿਉਂਕਿ ਇਸ ਇਲਾਕੇ ਵਿੱਚ ਵੱਖ ਵੱਖ ਇਤਿਹਾਸਕ ਸਮਿਆਂ ਦੌਰਾਨ ਵੱਖਰੇ ਵੱਖਰੇ ਸੱਭਿਆਚਾਰਕ ਜਨ ਸਮੂਹਾਂ ਦਾ ਪ੍ਰਵੇਸ਼ ਹੁੰਦਾ ਰਿਹਾ ਹੈ, ਜੋ ਆਪਣੀ ਸੱਭਿਆਚਾਰਕ ਹੋਂਦ ਕਾਇਮ ਰੱਖਦੇ ਹੋਏ ਵੀ ਇਸੇ ਧਰਤੀ ਉੱਤੇ ਵਸਦੇ ਰਹੇ ਹਨ। ਨੀਚੇ ਵਿਕਲਪ ਦਿੱਤੇ ਗਏ ਨੇ। ਇਹਨਾਂ ਵਿਕਲਪਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਅਨੁਸਾਰ ਇਸ ਦਾ ਉੱਤਰ ਏ ਅਤੇ ਆਰ ਦੋਵੇਂ ਠੀਕ ਹਨ। ਆਰ ਏ ਦੀ ਸਹੀ ਵਿਆਖਿਆ ਹੈ, ਇਸ ਦਾ ਸਹੀ ਵਿਕਲਪ ਹੋਵੇਗਾ। ਕਥਨ ਅਤੇ ਕਾਰਨ ਬਿਲਕੁਲ ਸਹੀ ਨੇ ਅਤੇ ਆਰ ਯਾਨੀ ਕਿ ਕਾਰਨ ਏ ਦੀ ਸਹੀ ਵਿਆਖਿਆ ਹੈ। ਆਪਸ਼ਨ ਨੰਬਰ 1 ਬਿਲਕੁਲ ਸਹੀ ਹੋਵੇਗਾ। ਅਤੇ ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ, ਇਸ ਦੇ ਵਿੱਚ ਇੱਕ ਸੂਚੀ ਬਣੀ ਹੋਈ ਹੈ। ਇੱਕ ਸੂਚੀ ਦੀ ਰੋਅ ਦੇ ਵਿੱਚ ਰਾਈਟਰਾਂ ਦੇ ਨਾਂ ਨੇ, ਭਾਸ਼ਾ ਵਿਗਿਆਨੀ ਨੇ ਇਹ, ਅਤੇ ਉਹਨਾਂ ਦੇ ਬਿਲਕੁਲ ਸਾਹਮਣੇ ਉਹਨਾਂ ਦੀਆਂ ਕਿਤਾਬਾਂ ਦੇ ਨਾਮ ਨੇ। ਇਹਨਾਂ ਦਾ ਮਿਲਾਣ ਚਿੰਨ੍ਹ ਕਰਨਾ ਹੋਵੇਗਾ, ਜਿਸ ਅਨੁਸਾਰ ਨੀਚੇ ਵਿਕਲਪ ਦਿੱਤੇ ਗਏ ਨੇ। ਇਹਨਾਂ ਵਿਕਲਪਾਂ ਦੇ ਸਹੀ ਜੇਕਰ ਅਸੀਂ ਚੋਣ ਕਰਨੀ ਹੋਵੇ ਤਾਂ ਇਹਨਾਂ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਬਣਦੀ ਹੈ, ਜਿਸ ਅਨੁਸਾਰ ਹਰਜੀਤ ਸਿੰਘ ਗਿੱਲ ਅਤੇ ਗਲੀਸਨ ਦੀ ਪੰਜਾਬੀ ਵਿਆਕਰਣ, ਬਲਵੀਰ ਸਿੰਘ ਸੰਧੂ ਦੀ ਪੁਆਧੀ ਉਪਭਾਸ਼ਾ, G.A. ਗਰੀਅਰਸਨ ਦੀ ਭਾਸ਼ਾਈ ਸਰਵੇਖਣ, U.A. ਸਮਿਰਨੋਵ ਲਹਿੰਦੀ ਮੁਲਤਾਨੀ ਉਪਭਾਸ਼ਾ ਸਹੀ ਜੁੱਟ ਬਣਦਾ ਹੈ। ਸਾਡਾ ਅਗਲਾ ਪ੍ਰਸ਼ਨ ਵੀ ਸੂਚੀ ਵਾਲਾ ਹੈ। ਇੱਕ ਪਾਸੇ ਰਚਨਾਵਾਂ ਦਿੱਤੀਆਂ ਗਈਆਂ ਹਨ ਅਤੇ ਉਹਦੇ ਬਿਲਕੁਲ ਸਾਹਮਣੇ ਦੂਜੀ ਸੂਚੀ ਵਿੱਚ ਰਚਨਾਕਾਰ ਦੇ ਨਾਮ ਹਨ ਅਤੇ ਨੀਚੇ ਵਿਕਲਪ ਦਿੱਤੇ ਗਏ ਹਨ। ਇਹਨਾਂ ਵਿਕਲਪਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਗੁਬਾਰੇ ਰਚਨਾ ਆਤਮਜੀਤ ਦੀ, ਸਿਰਜਣਾ ਪਾਲੀ ਭੁਪਿੰਦਰ ਸਿੰਘ, ਬਾਰਡਰ ਮਦੀਹਾ ਗੌਹਰ ਦਾ ਅਤੇ ਬਾਂਦਰ ਦਾ ਪੰਜਾ ਸਨੇਹ ਲਤਾ ਸਾਨੇਵਾਲ। ਅਤੇ ਸਾਡਾ ਅਗਲਾ ਸਵਾਲ, ਹੀਰ ਰਾਂਝੇ ਦਾ ਕਿੱਸਾ ਦਵਿਆ ਛੰਦ ਵਿੱਚ ਲਿਖਣ ਵਾਲੇ ਕਿੱਸਾਕਾਰਾਂ ਦੀ ਸਹੀ ਲੜੀ ਹੈ। ਨੀਚੇ ਕਿੱਸਾਕਾਰਾਂ ਦੇ ਨਾਂ ਦਿੱਤੇ ਗਏ ਨੇ। ਵਾਰਿਸ ਸ਼ਾਹ, ਮੁਕਬਲ, ਚਿਰਾਗ ਅਮਾਨ, ਅਹਿਮਦ ਯਾਰ, ਦਮੋਦਰ। ਇਹਨਾਂ ਵਿੱਚੋਂ ਸਾਨੂੰ ਪਹਿਚਾਣ ਕਰਨੀ ਹੈ ਕਿ ਦਵਿਆ ਛੰਦ ਵਿੱਚ ਲਿਖਣ ਵਾਲੇ ਕਿੱਸਾਕਾਰ ਕਿਹੜੇ ਨੇ। ਨੀਚੇ ਵਿਕਲਪ ਦਿੱਤੇ ਗਏ ਨੇ। ਇਹਨਾਂ ਵਿਕਲਪਾਂ ਦੇ ਵਿੱਚੋਂ ਆਪਸ਼ਨ ਨੰਬਰ 4 ਬਿਲਕੁਲ ਸਹੀ ਹੈ, ਜਿਸ ਅਨੁਸਾਰ ਚਿਰਾਗ ਅਮਾਨ, ਅਹਿਮਦ ਯਾਰ ਅਤੇ ਦਮੋਦਰ ਦਵਿਆ ਛੰਦ ਵਿੱਚ ਲਿਖਣ ਵਾਲੇ ਕਿੱਸਾਕਾਰ ਨੇ, ਜਿਨ੍ਹਾਂ ਨੇ ਹੀਰ ਦੇ ਕਿੱਸੇ ਨੂੰ ਦਵਿਆ ਛੰਦ ਵਿੱਚ ਲਿਖਿਆ। ਅਤੇ ਸਾਡਾ ਅਗਲਾ ਸਵਾਲ, ਸਮਕਾਲੀ ਪੰਜਾਬੀ ਗਜ਼ਲ ਕਾਵਿ ਰੂਪ ਦੇ ਪ੍ਰਮੁੱਖ ਰਚਨਾਕਾਰ ਹਨ। ਸਮਕਾਲੀ ਪੰਜਾਬੀ ਗਜ਼ਲ ਦੀ ਗੱਲ ਹੋਈ ਹੈ ਇੱਥੇ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਅਨੁਸਾਰ ਗੁਰਤੇਜ ਕੁਹਾਰਵਾਲਾ, ਜਸਵਿੰਦਰ ਸਿੰਘ, ਬਰਜਿੰਦਰ ਚੌਹਾਨ, ਵਿਜੇ ਵਿਵੇਕ ਸਮਕਾਲੀ ਪੰਜਾਬੀ ਗਜ਼ਲ ਕਾਵਿ ਰੂਪ ਦੇ ਮੁੱਖ ਰਚਨਾਕਾਰ ਹਨ। ਅਗਲਾ ਸਵਾਲ, ਨਾਵਲ ਦੇ ਰੂਪਾਕਾਰ ਦੇ ਜ਼ਰੂਰੀ ਤੱਤ ਹਨ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ, ਤੱਤਾਂ ਦੇ ਨਾਂ ਦਿੱਤੇ ਗਏ ਨੇ। ਇਹਨਾਂ ਨਾਵਾਂ ਦੇ ਵਿੱਚੋਂ ਅਸੀਂ ਪਹਿਚਾਣ ਕਰਨੀ ਹੈ ਕਿ ਨਾਵਲ ਦੇ ਰੂਪਾਕਾਰ ਦੇ ਜ਼ਰੂਰੀ ਤੱਤ ਕਿਹੜੇ ਨੇ। ਅਤੇ ਨੀਚੇ ਵਿਕਲਪ ਦਿੱਤੇ ਗਏ ਨੇ। ਇਹਨਾਂ ਵਿਕਲਪਾਂ ਦੇ ਆਧਾਰ 'ਤੇ ਆਪਸ਼ਨ ਨੰਬਰ 2 ਬਿਲਕੁਲ ਸਹੀ ਬਣਦਾ ਹੈ, ਜਿਸ ਅਨੁਸਾਰ ਬਹੁ ਸੁਰਾਪਨ, ਬਿਰਤਾਂਤਕਤਾ ਅਤੇ ਯਥਾਰਥ ਚੇਤਨਾ ਨਾਵਲ ਦੇ ਰੂਪਾਕਾਰ ਦੇ ਜ਼ਰੂਰੀ ਜਿਹੜੇ ਕਿ ਨੇ ਤੱਤ ਨੇ। ਅਗਲਾ ਸਵਾਲ ਦੇਖਦੇ ਹਾਂ। ਤਰਸੇਮ ਨੀਲਗਿਰੀ ਦੇ ਨਾਟਕ ਛੜਿਆਂ ਦਾ ਗੀਤ ਬਾਰੇ ਗਹਿਨ ਅਧਿਐਨ ਕਰਨ ਵਾਲਾ ਸਮੀਖਿਅਕ ਹੈ। ਸਮੀਖਿਅਕ ਦੀ ਪਹਿਚਾਣ ਕਰਨੀ ਹੈ, ਜਿਨ੍ਹਾਂ ਨੇ ਕਿ ਤਰਸੇਮ ਨੀਲਗਿਰੀ ਦੇ ਨਾਟਕ ਛੜਿਆਂ ਦਾ ਗੀਤ 'ਤੇ ਅਧਿਐਨ ਕੀਤਾ। ਉਹ ਸਮੀਖਿਅਕ ਦੀ ਪਹਿਚਾਣ ਕਰਨੀ। ਆਪਸ਼ਨਾਂ ਦਿੱਤੀਆਂ ਗਈਆਂ ਨੇ।
ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਅਨੁਸਾਰ ਹਰਿਭਜਨ ਸਿੰਘ ਆਪਸ਼ਨ ਸਹੀ ਬਣਦੀ ਹੈ। ਉਹਨਾਂ ਨੇ ਤਰਸੇਮ ਨੀਲਗਿਰੀ ਦੇ ਨਾਟਕ ਛੜਿਆਂ ਦਾ ਗੀਤ ਬਾਰੇ ਗਹਿਨ ਅਧਿਐਨ ਕੀਤਾ। ਅਤੇ ਸਾਡਾ ਅਗਲਾ ਸਵਾਲ, ਸਾਂਦਲਬਾਰ ਦੇ ਇਲਾਕੇ ਨਾਲ ਸੰਬੰਧਿਤ ਲੋਕ ਨਾਚ ਹਨ। ਨੀਚੇ ਲੋਕ ਨਾਚਾਂ ਦੀਆਂ ਕਿਸਮਾਂ ਦਿੱਤੀਆਂ ਗਈਆਂ ਨੇ। ਇਹਨਾਂ ਵਿੱਚੋਂ ਸਾਂਦਲਬਾਰ ਦੇ ਇਲਾਕੇ ਨਾਲ ਜਿਹੜੇ ਸੰਬੰਧਿਤ ਲੋਕ ਨਾਚ ਨੇ ਉਹ ਪਹਿਚਾਣਦੇ ਨੇ, ਅਤੇ ਨੀਚੇ ਵਿਕਲਪ ਦਿੱਤੇ ਗਏ ਨੇ। ਇਹਨਾਂ ਵਿਕਲਪਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਅਨੁਸਾਰ ਝੂਮਰ, ਸੰਮੀ ਅਤੇ ਧਰੀਸ ਸਾਂਦਲਬਾਰ ਦੇ ਇਲਾਕੇ ਨਾਲ ਸੰਬੰਧਿਤ ਲੋਕ ਨਾਚ ਨੇ। ਅਤੇ ਸਾਡਾ ਅਗਲਾ ਸਵਾਲ ਦੇਖਦੇ ਹਾਂ ਜੀ, ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਮੁੱਢ ਅਤੇ ਵਿਕਾਸ ਦਾ ਕਾਲਕ੍ਰਮ। ਨੀਚੇ ਧਾਰਾਵਾਂ ਦਿੱਤੀਆਂ ਗਈਆਂ ਨੇ। ਇਹਨਾਂ ਧਾਰਾਵਾਂ ਦੇ ਮੁੱਢ ਅਤੇ ਵਿਕਾਸ ਦਾ ਕਾਲਕ੍ਰਮ ਲਿਖਣਾ ਹੈ ਜੀ। ਅਤੇ ਉਸ ਤੋਂ ਨੀਚੇ ਵਿਕਲਪ ਦਿੱਤੇ ਗਏ ਨੇ। ਇਹਨਾਂ ਵਿਕਲਪਾਂ ਦੇ ਵਿੱਚੋਂ ਵਿਕਲਪ ਨੰਬਰ 4 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਪ੍ਰਗਤੀਵਾਦ, ਪ੍ਰਯੋਗਸ਼ੀਲ, ਉਸ ਤੋਂ ਬਾਅਦ ਜੁਝਾਰ ਵਿਦਰੋਹੀ, ਫਿਰ ਉਸ ਤੋਂ ਬਾਅਦ ਨਾਰੀਵਾਦ ਅਤੇ ਅੰਤ ਦੇ ਵਿੱਚ ਦਲ ਦ੍ਰਿਸ਼ਟੀ ਆਉਂਦੀ ਹੈ। ਇਹ ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਮੁੱਢ ਅਤੇ ਵਿਕਾਸ ਦਾ ਸਹੀ ਕਾਲਕ੍ਰਮ ਬਣਦਾ ਹੈ। ਅਗਲਾ ਸਵਾਲ, ਹੀਰ ਦਮੋਦਰ ਨਾਲ ਸੰਬੰਧਿਤ ਤੱਤ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਨਾਲ ਹੀਰ ਦਮੋਦਰ ਨਾਲ ਜਿਹੜੇ ਕਿ ਸੰਬੰਧਿਤ ਤੱਤ ਬਣਦੇ ਨੇ ਦਵਈਆ ਛੰਦ, ਝਾਂਗੀ ਉਪਭਾਸ਼ਾ ਅਤੇ ਸੁਖਾਂਤ। ਅਗਲਾ ਸਵਾਲ ਸੂਫੀ ਕਾਵਿ ਨਾਲ ਸੰਬੰਧਿਤ ਰੱਖਦਾ ਹੈ। ਪੰਜਾਬੀ ਸੂਫੀ ਕਾਵਿ ਦੇ ਮੁੱਖ ਰੂਪਾਕਾਰ ਪਹਿਚਾਣਦੇ ਨੇ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਹੈ, ਜਿਸ ਅਨੁਸਾਰ ਬੀ ਅਤੇ ਸੀ ਕਾਫੀ, ਬਾਰਾਂਮਾਹ, ਸ਼ੇਅਰਫੀ, ਦੋੜੇ, ਸਤਵਾਰਾ, ਕਾਫੀ ਪੰਜਾਬੀ ਸੂਫੀ ਕਾਵਿ ਦੇ ਮੁੱਖ ਰੂਪਾਕਾਰ ਹਨ। ਸਾਡਾ ਅਗਲਾ ਸਵਾਲ, ਇੰਟਰਨੈੱਟ ਤੋਂ ਪ੍ਰਾਪਤ ਸਮੱਗਰੀ ਦਾ ਹਵਾਲਾ ਦੇਣ ਲਈ ਸਭ ਤੋਂ ਵੱਧ ਅਹਿਮ ਹੈ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਅਨੁਸਾਰ URL ਇੰਟਰਨੈੱਟ ਤੋਂ ਪ੍ਰਾਪਤ ਸਮੱਗਰੀ ਦਾ ਹਵਾਲਾ ਦੇਣ ਲਈ ਸਭ ਤੋਂ ਵੱਧ ਅਹਿਮ ਹੈ। ਸਾਡਾ ਅਗਲਾ ਸਵਾਲ, ਪੰਜਾਬੀ ਵਾਰਤਕ ਰੂਪਾਂ ਦੇ ਉਦਭਵ ਦਾ ਕਾਲਕ੍ਰਮ। ਨੀਚੇ ਵਾਰਤਕ ਰੂਪ ਦਿੱਤੇ ਗਏ ਨੇ, ਜਿਨ੍ਹਾਂ ਵਿੱਚੋਂ ਜਨਮ ਸਾਖੀ, ਜੀਵਨੀ, ਨਿਬੰਧ, ਰਹਿਤਨਾਮੇ, ਰੇਖਾ ਚਿੱਤਰ। ਇਹਨਾਂ ਦੇ ਉਦਭਵ ਦਾ ਜਿਹੜਾ ਕਿ ਕਾਲਕ੍ਰਮ ਸਹੀ ਲਿਖਣਾ ਹੈ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਹੈ, ਜਿਸ ਅਨੁਸਾਰ ਪੰਜਾਬੀ ਵਾਰਤਕ ਰੂਪਾਂ ਦੇ ਉਦਭਵ ਦਾ ਕਾਲਕ੍ਰਮ ਜੋ ਬਣਦਾ ਹੈ ਉਹ ਇਸ ਪ੍ਰਕਾਰ ਹੈ: ਜਨਮ ਸਾਖੀ, ਰਹਿਤਨਾਮੇ, ਨਿਬੰਧ, ਜੀਵਨੀ ਅਤੇ ਅੰਤ ਦੇ ਵਿੱਚ ਰੇਖਾ ਚਿੱਤਰ। ਅਤੇ ਸਾਡਾ ਅਗਲਾ ਸਵਾਲ, ਭਾਸ਼ਾ ਵਿਗਿਆਨ ਦੇ ਵਿਕਾਸ ਪ੍ਰਬੰਧ ਦਾ ਸਹੀ ਕ੍ਰਮ ਹੈ। ਇੱਥੇ ਵੀ ਸਹੀ ਕ੍ਰਮ ਅਨੁਸਾਰ ਉੱਤਰ ਦੇਣਾ ਹੈ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 3 ਬਿਲਕੁਲ ਸਹੀ ਹੈ, ਜਿਸ ਅਨੁਸਾਰ ਭਾਸ਼ਾ ਵਿਗਿਆਨ ਦੇ ਵਿਕਾਸ ਪ੍ਰਬੰਧ ਦਾ ਸਹੀ ਕ੍ਰਮ ਜੋ ਬਣਦਾ ਉਹ ਫਿਲੋਲੋਜੀ, ਦੈਨ ਇਤਿਹਾਸਕ ਭਾਸ਼ਾ ਵਿਗਿਆਨ, ਵਰਣਾਤਮਕ ਭਾਸ਼ਾ ਵਿਗਿਆਨ, ਸੰਰਚਨਾਤਮਕ ਭਾਸ਼ਾ ਵਿਗਿਆਨ ਅਤੇ ਅੰਤ ਦੇ ਵਿੱਚ ਨਿਊਰੋ ਭਾਸ਼ਾ ਵਿਗਿਆਨ ਬਣਦਾ ਹੈ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ, ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਸ਼ੈਲੀ ਦੇ ਮੁੱਖ ਗੁਣ ਹਨ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਸਾਨੂੰ ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਸ਼ੈਲੀ ਦੇ ਮੁੱਖ ਗੁਣਾਂ ਵਾਲੀ ਆਪਸ਼ਨ ਪਹਿਚਾਣਦੀ ਹੈ। ਇਹਨਾਂ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਅਨੁਕੂਲ ਸ਼ਬਦ ਚੋਣ, ਸਮਾਸ ਸਿਰਜਣਾ, ਮੁਹਾਵਰੇਦਾਰ ਸ਼ੈਲੀ ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਸ਼ੈਲੀ ਦੇ ਮੁੱਖ ਗੁਣ ਹਨ। ਸਾਡਾ ਅਗਲਾ ਸਵਾਲ, ਲੋਕਧਾਰਾ ਮੂਲ ਰੂਪ ਵਿੱਚ ਸੰਸਕ੍ਰਿਤੀ ਦਾ ਕਿਹੜਾ ਪ੍ਰਪੰਚ ਹੈ। ਇਹਨਾਂ ਵਿੱਚੋਂ ਆਪਸ਼ਨ ਨੰਬਰ 3 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਲੋਕਧਾਰਾ ਮੂਲ ਰੂਪ ਵਿੱਚ ਸੰਸਕ੍ਰਿਤ ਦਾ ਜਿਹੜਾ ਕਿ
ਪ੍ਰਪੰਚ ਹੈ ਉਹ ਹੈ ਭਾਵੁਕ ਅਤੇ ਬੌਧਿਕ। ਪ੍ਰਵਾਸੀ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਕੰਮ ਕਿਸ ਲੇਖਕ ਨੇ ਸਭ ਤੋਂ ਵਧੇਰੇ ਕੀਤਾ ਹੈ? ਇਹਨਾਂ ਵਿੱਚੋਂ ਆਪਸ਼ਨ ਨੰਬਰ 3 ਬਿਲਕੁਲ ਸਹੀ ਉੱਤਰ ਹੈ। ਹਰਚੰਦ ਸਿੰਘ ਬੇਦੀ ਨੇ ਪ੍ਰਵਾਸੀ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਕੰਮ ਆ ਜਿਹੜਾ ਕਿ ਸਭ ਤੋਂ ਵਧੇਰੇ ਕੀਤਾ ਹੈ, ਹਰਚੰਦ ਸਿੰਘ ਬੇਦੀ ਨੇ। ਅਗਲਾ ਸਵਾਲ ਕਥਨ ਤੇ ਕਾਰਨ ਵਾਲਾ ਹੈ, ਜਿਸ ਵਿੱਚ ਪਹਿਲਾਂ ਆਪਾਂ ਕਥਨ ਪੜ੍ਹਦੇ ਹਾਂ। ਪੰਜਾਬੀ ਸਾਹਿਤ ਦੇ ਆਧੁਨਿਕ ਕਾਲ ਨੂੰ ਵਾਰਤਕ ਕਾਲ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਦੌਰਾਨ ਵਾਰਤਕ ਰਚਨਾ ਵਿੱਚ ਸਰਵਪੱਖੀ ਵਾਧਾ ਤੇ ਵਿਕਾਸ ਹੋਇਆ। ਇਹਦਾ ਕਾਰਨ ਇਸ ਧਾਰਨਾ ਦਾ ਨਿਰਣਾ ਕਰਨ ਲਈ ਵਾਰਤਕ ਦੇ ਵਿਕਾਸ ਨੂੰ ਗਲਪ, ਕਵਿਤਾ ਅਤੇ ਨਾਟਕ ਆਦਿ ਰੂਪਾਂ ਦੇ ਵਿਕਾਸ ਨਾਲ ਤੁਲਨਾ ਕਰਨ ਦੀ ਲੋੜ ਨਹੀਂ ਕਿਉਂਕਿ ਕਵਿਤਾ ਤੋਂ ਬਿਨਾਂ ਬਾਕੀ ਸਾਰੇ ਰੂਪਾਂ ਦਾ ਮਾਧਿਅਮ ਵਾਰਤਕ ਹੀ ਹੈ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਅਨੁਸਾਰ ਕਥਨ ਦਾ ਜਿਹੜਾ ਕਿ ਅੰਸ਼ਿਕ ਸਹੀ ਹੈ ਪਰ ਆਰ ਜਿਹੜਾ ਉਹਦਾ ਕਾਰਨ ਦੱਸਿਆ ਗਿਆ ਹੈ ਉਹ ਬਿਲਕੁਲ ਗਲਤ ਹੈ। ਅਗਲਾ ਸਵਾਲ ਤੁਹਾਡੀ ਸਕਰੀਨ 'ਤੇ ਸਾਚਨੀ ਕੀ ਹੈ? ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 4 ਬਿਲਕੁਲ ਸਹੀ ਹੈ। ਸਾਚਨੀ ਵਰੀ ਵਿੱਚ ਢੋਏ ਗਏ ਕੰਨਿਆਂ ਦੇ ਕੱਪੜੇ ਜੋ ਦੁੱਲੇ ਦੇ ਮਾਪੇ ਦਿੰਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਸਾਚਨੀ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ। GB ਸਿੰਘ ਅਨੁਸਾਰ ਗੁਰਮੁਖੀ ਲਿਪੀ ਦਾ ਵਿਕਾਸ ਕਿਸ ਲਿਪੀ ਤੋਂ ਹੋਇਆ? ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਹੈ। GB ਸਿੰਘ ਅਨੁਸਾਰ ਗੁਰਮੁਖ ਲਿਪੀ ਦਾ ਜਿਹੜਾ ਕਿ ਵਿਕਾਸ ਹੈ ਉਹ ਟਾਕਰੀ ਲਿਪੀ ਤੋਂ ਹੋਇਆ। ਪੰਜਾਬੀ ਕਿੱਸਿਆਂ ਦੀ ਸਹੀ ਕਾਲ ਕਰਮਕ ਤਰਤੀਬ ਹੈ। ਨੀਚੇ ਕਿੱਸੇ ਦਿੱਤੇ ਗਏ ਨੇ, ਇਹਨਾਂ ਕਿੱਸਿਆਂ ਨੂੰ ਕਾਲ ਕਰਮ ਅਨੁਸਾਰ ਸਹੀ ਤਰਤੀਬ ਦੇਣੀ ਹੈ ਅਤੇ ਨੀਚੇ ਆਪਸ਼ਨਾਂ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 4 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਹੀਰ ਰਾਂਝਾ, ਉਸ ਤੋਂ ਬਾਅਦ ਮਿਰਜ਼ਾ ਸਾਹਿਬਾ, ਉਸ ਤੋਂ ਬਾਅਦ ਸੱਸੀ ਪੁੰਨੂ ਅਤੇ ਅਖੀਰ ਵਿੱਚ ਯੂਸਫ ਜ਼ੁਲੈਖਾਂ ਪੰਜਾਬੀ ਕਿੱਸਿਆਂ ਦਾ ਜਿਹੜਾ ਕਿ ਸਹੀ ਕਾਲਕ੍ਰਮ ਬਣਦਾ ਹੈ। ਸਾਡਾ ਅਗਲਾ ਸਵਾਲ, ਹੇਠ ਲਿਖਿਆਂ ਦਾ ਕਿਹੜਾ ਜੁੱਟ ਸਹੀ ਨਹੀਂ ਹੈ? ਇੱਥੇ ਆਪਾਂ ਨੇ ਪਹਿਚਾਣਨਾ ਹੈ ਵੀ ਕਿ ਕਿਹੜਾ ਜੁੱਟ ਸਹੀ ਨਹੀਂ ਹੈ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਆਪਸ਼ਨ 1 ਨਾਨਕ ਸਿੰਘ ਸਨੋਫਾਲ, ਆਪਸ਼ਨ 2 ਨਵਤੇਜ ਸਿੰਘ ਕੋਟ ਤੇ ਮਨੁੱਖ, ਆਪਸ਼ਨ 3 ਕੁਲਵੰਤ ਸਿੰਘ ਵਿਰਕ ਖਾਰਾ ਦੁੱਧ, ਆਪਸ਼ਨ 4 ਮੋਹਨ ਸਿੰਘ ਗਰਮੀ ਦੀਆਂ ਛੁੱਟੀਆਂ। ਇਹਨਾਂ ਆਪਸ਼ਨਾਂ ਦੇ ਵਿੱਚੋਂ ਸਹੀ ਉੱਤਰ ਆਪਸ਼ਨ ਨੰਬਰ 3 ਹੋਵੇਗਾ। ਖਾਰਾ ਦੁੱਧ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਨਹੀਂ ਬਲਕਿ ਰਾਮ ਸਰੂਪ ਅਣਖੀ ਦੀ ਕਹਾਣੀ ਹੈ। ਸੋ ਦੋਸਤੋ, ਇਸ ਲੜੀ ਤਹਿਤ ਅਸੀਂ ਪੰਜਾਬੀ UGC ਨੈੱਟ ਨਵੰਬਰ 2020 ਦੌਰਾਨ ਹੋਈ ਪ੍ਰੀਖਿਆ ਵਿੱਚ ਆਏ 21 ਤੋਂ ਲੈ ਕੇ 50 ਤੱਕ ਸਵਾਲ ਜਿਹੜੇ ਕਿ ਉੱਤਰ ਸਮੇਤ ਡਿਸਕਸ ਕੀਤੇ ਨੇ। ਆਸ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ। ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਸ਼ੇਅਰ ਵੀ ਕਰਿਓ। ਸ਼ੁਕਰੀਆ, ਮਿਹਰਬਾਨੀ।